एवरीवन वेलकम टू स्टे शोकत सिस्टर बिकम्स ईजियर। ਜਿਵੇਂ ਤੁਹਾਨੂੰ ਪਤਾ ਹੈ ਜੀ ਆਪਾਂ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੀ ਇੱਕ ਸੀਰੀਜ਼ ਜਿਹੜੀ ਸ਼ੁਰੂ ਕੀਤੀ ਹੋਈ ਹੈ ਤੇ ਪੀਐਸਐਟ 2021 ਵੀ ਅਨਾਉਂਸ ਕਰ ਦਿੱਤਾ ਹੈ। ਸੋ ਉਸ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ 4th ਲੈਕਚਰ, ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰਿੰਸੀਪਲ ਆਫ ਡਿਵੈਲਪਮੈਂਟ ਬਾਰੇ। ਸੋ ਸ਼ੁਰੂ ਕਰਦੇ ਹਾਂ ਜੀ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤੇ ਆਲ ਬਟਨ ਨੂੰ ਜ਼ਰੂਰ ਕਲਿੱਕ ਕਰ ਲਿਓ ਤਾਂ ਕਿ ਇਸੇ ਤਰ੍ਹਾਂ ਦੀ ਸਾਰੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਿਰ ਸਭ ਤੋਂ ਪਹਿਲਾਂ ਪਹੁੰਚਦੀ ਰਹੇ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਇਸ ਤੋਂ ਇਲਾਵਾ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਉਸਦੀ PDF ਤੇ ਉਸਦੇ ਸੋਲੂਸ਼ਨਸ ਵੀ ਤੁਹਾਨੂੰ ਟੈਲੀਗ੍ਰਾਮ ਚੈਨਲ ਤੋਂ ਹੀ ਮਿਲਣਗੇ। ਸ਼ੁਰੂ ਕਰਦੇ ਆਪਾਂ ਆਪਣੀ ਵੀਡੀਓ ਨੂੰ। ਪ੍ਰਿੰਸੀਪਲ ਆਫ ਡਿਵੈਲਪਮੈਂਟ। ਇਸ ਤੋਂ ਪਹਿਲਾਂ ਆਪਾਂ ਗਰੋਥ ਐਂਡ ਡਿਵੈਲਪਮੈਂਟ ਦੇ 2 ਲੈਕਚਰਸ ਲਗਾ ਚੁੱਕੇ ਤੇ ਸਟੇਜ ਆਫ ਡਿਵੈਲਪਮੈਂਟ ਐਂਡ ਵੋਕੈਬਲਰੀ ਡਿਵੈਲਪਮੈਂਟ ਦੀ ਜਿਹੜੇ ਲੈਕਚਰਸ ਲਗਾ ਚੁੱਕੇ ਉਹਨਾਂ ਸਭ ਦੀ ਵੀਡੀਓਜ਼ ਦਾ ਲਿੰਕ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਅੱਜ ਆਪਾਂ ਪੜ੍ਹਨ ਵਾਲੇ ਜੀ ਪ੍ਰਿੰਸੀਪਲ ਆਫ ਡਿਵੈਲਪਮੈਂਟ। ਸਭ ਤੋਂ ਪਹਿਲਾਂ ਆਪਣੇ ਪਾਸ ਹੈ ਪ੍ਰਿੰਸੀਪਲ ਆਫ ਕੰਟੀਨਿਊਟੀ। ਪ੍ਰਿੰਸੀਪਲ ਆਫ ਕੰਟੀਨਿਊਟੀ ਦਾ ਮਤਲਬ ਹੈ ਨਿਰੰਤਰ ਵਿਕਾਸ ਦਾ ਸਿਧਾਂਤ। ਆਪਾਂ ਨੂੰ ਪਤਾ ਜੀ ਡਿਵੈਲਪਮੈਂਟ ਜਿਹੜੀ ਆ ਉਹ ਨਿਰੰਤਰ ਚੱਲਦੀ ਰਹਿੰਦੀ ਹੈ। ਵਰਮ ਟੂ ਟਰਮ ਆਪਣੀ ਜਿਹੜੀ ਡਿਵੈਲਪਮੈਂਟ ਹੈ ਉਹ ਚੱਲਦੀ ਹੈ, ਯਾਨੀ ਕਿ ਗਰਭ ਅਵਸਥਾ ਤੋਂ ਲੈ ਕੇ ਮਰਨ ਤੱਕ ਡਿਵੈਲਪਮੈਂਟ ਜਿਹੜੀ ਕੰਟੀਨਿਊਸ ਚੱਲਦੀ ਰਹਿੰਦੀ ਹੈ, ਕਿਸੇ ਵੀ ਸਟੇਜ ਤੇ ਜਾ ਕੇ ਰੁਕਦੀ ਨਹੀਂ ਹੈ। ਹਾਲਾਂਕਿ ਜਦੋਂ ਆਪਾਂ ਫਿਜ਼ੀਕਲ ਡਿਵੈਲਪਮੈਂਟ ਯਾਨੀ ਕਿ ਗਰੋਥ ਦੀ ਗੱਲ ਕਰ ਲਈਏ, ਉਹ ਇੱਕ ਮੈਚਿਓਰਿਟੀ ਆਉਣ ਤੇ ਜਿਹੜੀ ਰੁਕ ਜਾਂਦੀ ਹੈ, ਲੇਕਿਨ ਡਿਵੈਲਪਮੈਂਟ ਜਿਹੜੀ ਹੈ ਜੋ 6 ਐਸਪੈਕਟਸ ਦੇ ਵਿੱਚ, ਜਾਂ ਆਪਾਂ 3 ਡੋਮੇਨ ਦੀ ਗੱਲ ਕਰ ਲਈਏ, ਉਹਨਾਂ 3 ਡੋਮੇਨ ਦੇ ਵਿੱਚ ਜੋ ਆਪਣੀ ਡਿਵੈਲਪਮੈਂਟ ਹੁੰਦੀ ਹੈ ਉਹ ਨਿਰੰਤਰ ਚੱਲਦੀ ਰਹਿੰਦੀ ਹੈ। ਜਦ ਤੱਕ ਉਹ ਆਪਣੇ ਵਾਧੇ ਦੇ ਸਿਖਰ ਤੱਕ ਨਹੀਂ ਪਹੁੰਚ ਜਾਂਦੀ, ਉਦੋਂ ਤੱਕ ਆਪਣੀ ਕੰਟੀਨਿਊਟੀ ਡਿਵੈਲਪਮੈਂਟ ਜਿਹੜੀ ਚੱਲਦੀ ਰਹਿੰਦੀ ਹੈ। ਸੋ ਵਰਮ ਟੂ ਟਰਮ ਚੱਲਦੀ ਹੈ, ਨਿਰੰਤਰ ਚੱਲਦੀ ਰਹਿੰਦੀ ਹੈ। ਸੈਕਿੰਡ ਹੈ ਪ੍ਰਿੰਸੀਪਲ ਆਫ ਜਨਰਲ ਟੂ ਸਪੈਸੀਫਿਕ ਡਿਵੈਲਪਮੈਂਟ। ਹਮੇਸ਼ਾ ਜਨਰਲ ਟੂ ਸਪੈਸੀਫਿਕ ਚੱਲਦੇ ਹੈ। ਤੁਸੀਂ ਦੇਖਿਆ ਹੋਏਗਾ ਬੱਚੇ ਜਿਹੜੇ ਸਭ ਤੋਂ ਪਹਿਲਾਂ ਚੀਜ਼ਾਂ ਨੂੰ ਐਜ਼ ਅ ਜਨਰਲ ਪਰਸਪੈਕਟਿਵ ਚੀਜ਼ਾਂ ਨੂੰ ਸਮਝਦੇ ਨੇ ਤੇ ਉਸ ਤੋਂ ਬਾਅਦ ਫਿਰ ਸਪੈਸੀਫਿਕ ਜਿਹੜਾ ਚੀਜ਼ਾਂ ਨੂੰ ਸਮਝਦੇ ਆ। ਜਦ ਤੁਸੀਂ ਇੱਕ ਬੱਚੇ ਦੇ ਹੱਥ ਦੇ ਵਿੱਚ ਪੈਨਸਿਲ ਪਕੜਾਓ ਤਾਂ ਪੂਰੀ ਪੈਨਸਿਲ ਨੂੰ ਪੂਰੇ ਹੱਥ ਨਾਲ ਗ੍ਰੈਬ ਕਰਨ ਦੀ ਕੋਸ਼ਿਸ਼ ਕਰਦਾ ਹੈ, ਯਾਨੀ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਗ੍ਰੋਸ ਮੋਟਰ ਸਕਿੱਲਸ ਜਿਹੜੀਆਂ ਡਿਵੈਲਪ ਹੁੰਦੀਆਂ ਨੇ। ਸੋ ਪੂਰੀ ਪੈਨਸਿਲ ਨੂੰ ਇੱਕ ਜਨਰਲ ਬਰੋਡਰ ਕੰਸੈਪਟ ਦੇ ਨਾਲ ਉਹ ਦੇਖਦਾ ਤੇ ਪੂਰੇ ਹੱਥ ਨਾਲ ਉਸ ਪੈਨਸਿਲ ਨੂੰ ਗ੍ਰੈਬ ਕਰਦਾ। ਹੌਲੀ ਹੌਲੀ ਉਹ ਸਪੈਸੀਫਿਕ ਵੱਲ ਜਾਂਦਾ ਜਦੋਂ ਉਹ ਅੰਗੂਠੇ ਔਰ ਆਪਣੀ ਉਂਗਲੀ ਨਾਲ ਜਿਹੜੀ ਇੱਕ ਪੈਨਸਿਲ ਨੂੰ ਪਕੜਨ ਦੀ ਕੋਸ਼ਿਸ਼ ਕਰਦਾ। ਸੋ ਡਿਵੈਲਪਮੈਂਟ ਜਿਹੜੀ ਆ ਉਹ ਹਮੇਸ਼ਾ ਜਨਰਲ ਟੂ ਸਪੈਸੀਫਿਕ ਜਿਹੜੀ ਜਾਂਦੀ ਹੈ। ਥਰਡ ਆਪਣੀ ਡਿਵੈਲਪਮੈਂਟ ਇਨਵੋਲਵਸ ਚੇਂਜ। ਡਿਵੈਲਪਮੈਂਟ ਜਿਹੜੀ ਉਹ ਚੇਂਜ, ਆਪਾਂ ਪਹਿਲਾਂ ਵੀ ਡਿਵੈਲਪਮੈਂਟ ਦਾ ਮੀਨਿੰਗ ਤੁਹਾਨੂੰ ਸਮਝਾਉਂਦੇ ਹੋਏ ਆਪਾਂ ਦੱਸਿਆ ਸੀਗਾ ਕਿ ਡਿਵੈਲਪਮੈਂਟ ਹੈ ਕਿ ਚੇਂਜ ਨੂੰ ਹੀ ਆਪਾਂ ਡਿਵੈਲਪਮੈਂਟ ਕਹਿੰਦੇ ਆ। ਪਰ ਕਿਹੜੀ ਚੇਂਜ? ਪ੍ਰੋਗਰੈਸਿਵ ਐਂਡ ਸਿਸਟਮੈਟਿਕ ਚੇਂਜ, ਇੱਕ ਇੰਪਰੂਵਮੈਂਟ ਜੋ ਸਾਡੀ ਬਿਹੇਵੀਅਰ ਦੇ ਵਿੱਚ ਲੈ ਕੇ ਆਉਂਦੀ ਹੈ, ਦੈਟ ਇਜ਼ ਕਾਲਡ ਡਿਵੈਲਪਮੈਂਟ। ਸੋ ਡਿਵੈਲਪਮੈਂਟ ਜਿਹੜੀ ਹੈ ਚੇਂਜ ਲੈ ਕੇ ਆਉਂਦੀ ਹੈ ਸਾਡੀ ਬਿਹੇਵੀਅਰ ਦੇ ਵਿੱਚ, ਉਸਨੂੰ ਹੋਰ ਇੰਪਰੂਵ ਕਰਦੀ ਹੈ। ਜਿਵੇਂ ਜਿਵੇਂ ਅਸੀਂ ਸਿੱਖਦੇ ਜਾਂਦੇ ਹਾਂ, ਜਿਵੇਂ ਜਿਵੇਂ ਸਾਡਾ ਹਰ ਇੱਕ ਐਸਪੈਕਟ ਦੇ ਵਿੱਚ ਡਿਵੈਲਪਮੈਂਟ ਹੁੰਦੀ ਜਾਂਦੀ ਆ, ਉਵੇਂ ਉਵੇਂ ਸਾਡੇ ਵਿੱਚ ਜਿਹੜੇ ਬਿਹੇਵੀਅਰ ਦੇ ਵਿੱਚ ਚੇਂਜਸ ਆਉਂਦੇ ਨੇ ਉਹ ਡਿਵੈਲਪਮੈਂਟ ਦਾ ਪਾਰਟ ਬਣਦੇ ਨੇ। ਔਰ ਉਹ ਚੇਂਜਸ ਜਿਹੜੇ ਇੱਕ ਤਾਂ ਪਰਮਾਨੈਂਟ ਹੁੰਦੇ ਨੇ ਪਲੱਸ ਪ੍ਰੋਗਰੈਸਿਵ ਹੁੰਦੇ ਨੇ। ਇਹ ਸਾਡੇ ਬਿਹੇਵੀਅਰ ਦੇ ਵਿੱਚ ਕੁਝ ਨਾ ਕੁਝ ਇੰਪਰੂਵਮੈਂਟ ਲੈ ਕੇ ਆਉਂਦੇ ਨੇ। ਵਿਅਕਤੀ ਹੈ ਉਹ ਕਦੀ ਵੀ ਸਟੈਟਿਕ ਨਹੀਂ ਹੋ ਸਕਦਾ। ਜਨਮ ਤੋਂ ਲੈ ਕੇ ਮਰਨ ਤੱਕ ਕੋਈ ਇੱਕੋ ਜਿਹਾ ਨਹੀਂ ਰਹਿੰਦਾ, ਉਸਦੇ ਵਿੱਚ ਬਹੁਤ ਸਾਰੇ ਚੇਂਜਸ ਆਉਂਦੇ ਨੇ। ਜੋ ਬੱਚਾ ਬਰਥ ਦੇ ਟਾਈਮ ਜੈਸਾ ਹੋਏਗਾ, 15 ਸਾਲ ਦਾ ਉਹ ਜੈਸਾ ਹੋਏਗਾ, 40 ਸਾਲ ਦਾ ਬਿਲਕੁਲ ਵੈਸਾ ਨਹੀਂ ਹੋਏਗਾ, 60 ਸਾਲ ਦਾ ਹੋਰ ਚੇਂਜ ਹੋਏਗਾ। ਸੋ ਨਿਰੰਤਰ ਹਰ ਸਟੇਜ ਤੇ ਜਿਹੜਾ ਉਸਦੇ ਵਿੱਚ ਕੁਝ ਨਾ ਕੁਝ ਚੇਂਜਸ, ਉਸਦੇ ਸਾਈਜ਼ ਦੇ ਵਿੱਚ, ਉਸਦੇ ਸ਼ੇਪ ਦੇ ਵਿੱਚ, ਉਸਦੀ ਮੈਂਟਲ ਐਬਿਲਿਟੀਜ਼ ਦੇ ਵਿੱਚ, ਉਸਦੇ ਬਿਹੇਵੀਅਰ ਐਬਿਲਿਟੀਜ਼ ਦੇ ਵਿੱਚ ਚੇਂਜਸ ਆਉਂਦੇ ਰਹਿੰਦੇ ਨੇ। ਸੋ ਡਿਵੈਲਪਮੈਂਟ ਜਿਹੜੀ ਉਸਦੇ ਵਿੱਚ ਚੇਂਜ ਇਨਵੋਲਵ ਹੈ। ਫੋਰਥ ਪੁਆਇੰਟ ਆਪਣੇ ਪਾਸ ਆ ਜਾਂਦਾ ਜੀ ਪ੍ਰਿੰਸੀਪਲ ਆਫ ਪ੍ਰੈਡਿਕਟੇਬਿਲਿਟੀ। ਡਿਵੈਲਪਮੈਂਟ ਜਿਹੜੀ ਹੈ ਉਸਨੂੰ ਕੁਝ ਹੱਦ ਤੱਕ ਪ੍ਰੈਡਿਕਟ ਕੀਤਾ ਜਾ ਸਕਦਾ ਹੈ, ਕਿਉਂਕਿ ਅਗਰ ਆਪਾਂ ਦੇਖੀਏ ਇੱਕ ਛੋਟਾ ਬੱਚਾ ਜੋ ਸਟਾਰਟਿੰਗ ਦੇ ਵਿੱਚ ਅਰਲੀਅਰ ਸਟੇਜ ਦੇ ਵਿੱਚ ਅਗਰ ਉਹ ਸਲੋ ਲਰਨਰ ਹੈ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਸਦੀ ਡਿਵੈਲਪਮੈਂਟ ਜਿਹੜੀ ਉਹ ਸਲੋ ਹੋ ਰਹੀ ਹੈ। ਅਗਰ ਉਹ ਸਟਾਰਟਿੰਗ ਦੇ ਵਿੱਚ ਅਰਲੀਅਰ ਸਟੇਜ ਦੇ ਵਿੱਚ ਹੀ ਅਗਰ ਉਹ ਤੇਜ਼ੀ ਨਾਲ ਹਰ ਇੱਕ ਚੀਜ਼ ਸਮਝਦਾ, ਤੇਜ਼ੀ ਨਾਲ ਹਰ ਇੱਕ ਚੀਜ਼ ਨੂੰ, ਹਰ ਇੱਕ ਨੌਲੇਜ ਨੂੰ ਗੇਨ ਕਰਦਾ, ਤਾਂ ਉਸ ਆਪਾਂ ਕਹਿ ਸਕਦੇ ਹਾਂ ਕਿ ਇਹਦੀ ਡਿਵੈਲਪਮੈਂਟ ਜਿਹੜੀ ਉਹ ਫਾਸਟ ਰੇਟ ਤੇ ਹੋ ਰਹੀ ਹੈ। ਡਿਵੈਲਪਮੈਂਟ ਜਿਹੜੀ ਆ ਉਹ ਪ੍ਰੈਡਿਕਟ ਕੀਤੀ ਜਾ ਸਕਦੀ ਹੈ। ਇਹਦਾ ਮਤਲਬ ਹੁੰਦਾ ਕਿਸੇ ਚੀਜ਼ ਬਾਰੇ ਪਹਿਲਾਂ ਤੋਂ ਭਵਿੱਖਬਾਣੀ ਕਰਨਾ। ਇਸ ਨੂੰ ਆਪਾਂ ਕਹਿ ਸਕਦੇ ਹਾਂ ਭਵਿੱਖਬਾਣੀ ਦਾ ਸਿਧਾਂਤ। ਸੋ ਵਿਕਾਸ ਦੇ ਵਿਸ਼ੇ ਵਿੱਚ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਨੈਕਸਟ ਹੈ ਆਪਣੇ ਪਾਸ ਪ੍ਰਿੰਸੀਪਲ ਆਫ ਆਰਡਰਲੀ ਡਿਵੈਲਪਮੈਂਟ। ਯੈਸ, ਉਹ ਜਿਹੜੀ ਡਿਵੈਲਪਮੈਂਟ ਹੈ ਉਹ ਇੱਕ ਸੀਕੁਐਂਸ ਦੇ ਵਿੱਚ, ਇੱਕ ਆਰਡਰ ਦੇ ਵਿੱਚ, ਇੱਕ ਫਿਕਸਡ ਮੈਨਰ ਦੇ ਵਿੱਚ ਹੁੰਦੀ ਹੈ। ਇਹ ਹਮੇਸ਼ਾ ਜਨਰਲ ਟੂ ਸਪੈਸੀਫਿਕ ਹੁੰਦੀ ਹੈ, ਇਹ ਤਾਂ ਆਪਾਂ ਗੱਲ ਕਰ ਹੀ ਲਈ ਹੈ। ਆਰਡਰਲੀ ਡਿਵੈਲਪਮੈਂਟ ਨੂੰ ਆਪਾਂ ਸੁਵਿਵਸਥਿਤ ਵਿਕਾਸ ਦਾ ਸਿਧਾਂਤ ਵੀ ਕਹਿ ਸਕਦੇ ਹਾਂ, ਕਿਉਂਕਿ ਇੱਕ ਫਿਕਸਡ ਸੀਕੁਐਂਸ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ। ਸਭ ਤੋਂ ਪਹਿਲਾਂ ਇਨਫੈਂਸੀ ਸਟੇਜ ਆਏਗੀ ਐਂਡ ਦੈਨ ਉਸ ਤੋਂ ਬਾਅਦ ਚਾਈਲਡਹੁੱਡ ਸਟੇਜ ਆਏਗੀ, ਫਿਰ ਅਡੋਲਸੈਂਸ ਆਏਗੀ, ਫਿਰ ਅਡਲਟਹੁੱਡ ਆਏਗੀ। ਇੱਦਾਂ ਨਹੀਂ ਹੈ ਕਿ ਕੋਈ ਬਰਥ ਲੈਂਦੇ ਸਾਰ ਹੀ ਭੱਜਣ ਲੱਗ ਪਿਆ ਜਾਂ ਦੌੜਨ ਲੱਗ ਪਿਆ, ਇੱਦਾਂ ਨਹੀਂ ਹੁੰਦਾ। ਸੋ ਹੌਲੀ ਹੌਲੀ ਗ੍ਰੈਜੂਅਲੀ ਉਹ ਚੀਜ਼ਾਂ ਨੂੰ ਸਿੱਖਦਾ ਜਾਂਦਾ ਹੈ। ਜਨਰਲ ਪਰਸਪੈਕਟਿਵ ਤੋਂ ਸਪੈਸੀਫਿਕ ਪਰਸਪੈਕਟਿਵ ਵੱਲ ਜਿਹੜਾ ਉਹ ਜਾਂਦਾ। ਹੌਲੀ ਹੌਲੀ ਉਸਦਾ ਵੋਕੈਬਲਰੀ ਡਿਵੈਲਪਮੈਂਟ ਹੁੰਦੀ ਹੈ। ਪਹਿਲਾਂ ਕੁਝ ਵਰਡ ਸਿੱਖਦਾ ਹੈ, ਫਿਰ ਉਹ ਸੈਂਟੈਂਸ ਸਿੱਖਦਾ ਹੈ, ਫਿਰ ਪੂਰੀ ਸਪੀਚ ਬੋਲਣਾ ਸਿੱਖੇਗਾ। ਸੋ ਇੱਕ ਸੀਕੁਐਂਸ ਦੇ ਵਿੱਚ, ਇੱਕ ਆਰਡਰ ਦੇ ਵਿੱਚ ਸਾਰੀ ਜਿਹੜੀ ਹੈ ਵਿਕਾਸ ਹੁੰਦਾ ਹੈ। ਸੋ ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਜਿਹੜੀ ਸੀਕੁਐਂਸ ਹੈ ਕਿਸੇ ਵੀ ਬੱਚੇ ਦਾ ਜਿਹੜਾ ਸੀਕੁਐਂਸ ਹੈ ਡਿਵੈਲਪ ਹੁੰਦਾ, ਉਹ ਹਮੇਸ਼ਾ ਸੇਮ ਰਹਿੰਦਾ ਹੈ। ਹਾਂ, ਉਸਦੇ ਵਿੱਚ ਹਰ ਇੱਕ ਬੱਚੇ ਦੇ ਵਿੱਚ ਇੰਡੀਵਿਜੂਅਲ ਡਿਫਰੈਂਸਿਸ ਹੁੰਦੇ ਨੇ। ਸੋ ਇੰਡੀਵਿਜੂਅਲ ਯਾਨੀ ਕਿ ਵਿਅਕਤੀਗਤ ਵਿਭਿੰਨਤਾਵਾਂ ਦੇ ਕਰਕੇ ਉਹਨਾਂ ਦੇ ਵਿੱਚ ਜੋ ਉਹਨਾਂ ਦੇ ਡਿਵੈਲਪਮੈਂਟ ਹੋਣ ਦੀ ਰੇਟ ਹੈ, ਸਪੀਡ ਹੈ, ਉਹ ਚੇਂਜ ਹੋ ਸਕਦੀ ਹੈ, ਕਿਉਂਕਿ ਹਰ ਇੱਕ ਦੇ ਵਿੱਚ ਵਿਅਕਤੀਗਤ ਭਿੰਨਤਾਵਾਂ ਦੇਖਣ ਨੂੰ ਮਿਲਦੀਆਂ ਨੇ। ਦੋ ਬੱਚੇ ਕਦੇ ਵੀ ਸੇਮ ਨਹੀਂ ਹੋ ਸਕਦੇ। ਵਿਅਕਤੀਗਤ ਭਿੰਨਤਾਵਾਂ ਦੋ ਕਾਰਨਾਂ ਕਰਕੇ ਹੁੰਦੀਆਂ ਨੇ, ਇੱਕ ਹੈਰੀਡਿਟੀ, ਇੱਕ ਇਨਵਾਇਰਮੈਂਟ। ਤਾਂ ਇਹ ਹੈਰੀਡਿਟੀ ਦੋ ਵਿਅਕਤੀਆਂ ਦੀ ਕਦੀ ਸੇਮ ਨਹੀਂ ਹੋ ਸਕਦੀ। ਹੈਰੀਡਿਟੀ ਤੋਂ ਮਤਲਬ ਹੈ ਅਨੁਵਾਂਸ਼ਿਕਤਾ, ਉਹਨਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਤੋਂ ਮਿਲਣ ਵਾਲੇ ਗੁਣ ਉਹ ਸੇਮ ਨਹੀਂ ਹੋ ਸਕਦੇ। ਅਤੇ ਮਾਹੌਲ ਜਿਹੜਾ ਹੈ, ਉਸ ਮਾਹੌਲ ਤੋਂ ਲੈਣ ਵਾਲੀ ਜੋ ਇਨਫੋਰਮੇਸ਼ਨ ਹੈ, ਜਿਸ ਤਰ੍ਹਾਂ ਇਨਵਾਇਰਮੈਂਟ ਤੋਂ ਜੋ ਇਨਫੋਰਮੇਸ਼ਨ ਉਹ ਗੇਨ ਕਰਦਾ ਆਪਣੇ ਸੈਂਸਿਸ ਨੂੰ ਯੂਜ਼ ਕਰਕੇ, ਉਹ ਸੇਮ ਨਹੀਂ ਹੋ ਸਕਦੇ। ਸੋ ਇਹਨਾਂ ਕਾਰਨਾਂ ਕਰਕੇ ਵਿਅਕਤੀਗਤ ਭਿੰਨਤਾਵਾਂ ਹਰ ਇੱਕ ਬੱਚੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਜਿਸ ਕਰਕੇ ਉਹਨਾਂ ਦੇ ਵਿਕਾਸ ਦੀ ਜਿਹੜੀ ਰੇਟ ਹੈ, ਸਪੀਡ ਹੈ, ਉਹਦੇ ਵਿੱਚ ਡਿਫਰੈਂਸ ਦੇਖਣ ਨੂੰ ਮਿਲ ਸਕਦਾ। ਲੇਕਿਨ ਉਹ ਫੋਲੋ ਇੱਕੋ ਹੀ ਸੀਕੁਐਂਸ ਨੂੰ, ਇੱਕੋ ਹੀ ਆਰਡਰ ਨੂੰ ਕਰਦੇ ਨੇ।
ਪ੍ਰਿੰਸੀਪਲ ਆਫ ਡਾਇਰੈਕਸ਼ਨ। ਜਦੋਂ ਆਪਾਂ ਕਿਹਾ ਕਿ ਜਿਹੜੀ ਡਿਵੈਲਪਮੈਂਟ ਉਹ ਇੱਕ ਫਿਕਸਡ ਆਰਡਰ ਦੇ ਵਿੱਚ ਹੁੰਦਾ, ਇੱਕ ਫਿਕਸਡ ਸੀਕੁਐਂਸ ਦੇ ਵਿੱਚ ਹੁੰਦਾ, ਉਸੇ ਤਰ੍ਹਾਂ ਡਿਵੈਲਪਮੈਂਟ ਇੱਕ ਫਿਕਸਡ ਡਾਇਰੈਕਸ਼ਨ ਦੇ ਵਿੱਚ ਵੀ ਹੁੰਦਾ। ਸਾਰੇ ਹੀ ਬੱਚਿਆਂ ਦੇ ਵਿੱਚ ਡਿਵੈਲਪਮੈਂਟ ਜਿਹੜਾ ਸੇਮ ਡਾਇਰੈਕਸ਼ਨ ਦੇ ਨਾਲ ਹੁੰਦਾ ਤੇ ਉਸ ਨੂੰ ਆਪਾਂ ਦੋ ਤਰੀਕਿਆਂ ਦੇ ਵਿੱਚ ਉਸਨੂੰ ਅੱਗੇ ਡਿਵਾਈਡ ਕਰਦੇ ਹਾਂ। ਸਭ ਤੋਂ ਪਹਿਲੀ ਡਾਇਰੈਕਸ਼ਨ ਆਪਾਂ ਕਹਿੰਦੇ ਹਾਂ ਸਫੈਲੋਕੋਡਲ ਡਾਇਰੈਕਸ਼ਨ ਤੇ ਦੂਸਰੀ ਹੁੰਦੀ ਆਪਣੇ ਪਾਸ ਪ੍ਰੋਕਸੀਮੋ ਡਿਸਟਲ ਡਾਇਰੈਕਸ਼ਨ। ਦੇਖੋ ਸਫੈਲੋਕੋਡਲ ਕੀ ਹੁੰਦਾ, ਜੋ ਹੈਡ ਟੂ ਟੋ ਹੁੰਦੀ ਹੈ, ਯਾਨੀ ਕਿ ਜੋ ਬੱਚੇ ਦੀ ਜੋ ਡਿਵੈਲਪਮੈਂਟ ਹੈ ਉਹ ਹੈਡ ਟੂ ਟੋ ਹੁੰਦੀ ਹੈ। ਸਭ ਤੋਂ ਪਹਿਲਾਂ ਆਪਣੇ ਹੈਡ ਨੂੰ ਸਟ੍ਰੇਟ ਕਰਨਾ, ਉਸਨੂੰ ਬੈਲੈਂਸ ਕਰਨਾ ਸਿੱਖਦਾ ਹੈ, ਫਿਰ ਆਰਮਸ ਨੂੰ ਤੇ ਫਿਰ ਲੈਗਸ ਨੂੰ। ਸੋ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਹੈਡ ਟੂ ਟੋ ਜਾਂਦੀ ਹੈ। ਉਸੇ ਤਰ੍ਹਾਂ ਜਦ ਦੂਸਰੀ ਹੈਗੀ ਹੈ ਜੀ ਪ੍ਰੋਕਸੀਮੋ ਡਿਸਟਲ, ਉਸਦੇ ਵਿੱਚ ਕੀ ਹੈ ਕਿ ਜੋ ਡਾਇਰੈਕਸ਼ਨ ਹੈ ਡਿਵੈਲਪਮੈਂਟ ਦੀ ਉਹ ਹਮੇਸ਼ਾ ਸੈਂਟਰ ਟੂ ਆਊਟਸਾਈਡ ਹੁੰਦੀ ਹੈ ਜਾਂ ਫਿਰ ਸੈਂਟਰ ਟੂ ਪੈਰੀਫਰੀ ਆਪਾਂ ਕਹਿ ਸਕਦੇ ਹਾਂ। ਸੋ ਉਸ ਤਰ੍ਹਾਂ ਡਿਵੈਲਪਮੈਂਟ ਹੁੰਦੀ ਹੈ, ਸੈਂਟਰ ਤੋਂ ਬਾਹਰ ਵੱਲ ਦੀ ਤਰਫ ਜਿਹੜੀ ਹੈ ਉਹ ਡਿਵੈਲਪਮੈਂਟ ਹੁੰਦੀ ਹੈ। ਜਿਵੇਂ ਸਭ ਤੋਂ ਪਹਿਲਾਂ ਬਾਂਹ, ਫਿਰ ਹੱਥ, ਫਿਰ ਉਂਗਲਾਂ, ਇਸ ਤਰ੍ਹਾਂ ਜਿਹੜੀ ਹੈ ਡਿਵੈਲਪਮੈਂਟ ਹੁੰਦੀ ਹੈ। ਔਰ ਅਗਰ ਆਪਾਂ ਸਫੈਲੋਕੋਡਲ ਦੀ ਗੱਲ ਕਰ ਲਈਏ ਤਾਂ ਹੈਡ ਟੂ ਟੋ ਡਿਵੈਲਪਮੈਂਟ ਹੁੰਦੀ ਹੈ। ਸੋ ਡਿਵੈਲਪਮੈਂਟ ਜਿਹੜੇ ਇੱਕ ਫਿਕਸਡ ਆਰਡਰ ਨੂੰ ਵੀ ਫੋਲੋ ਕਰਦਾ ਹੈ ਪਲੱਸ ਇੱਕ ਫਿਕਸਡ ਡਾਇਰੈਕਸ਼ਨ ਨੂੰ ਵੀ ਫੋਲੋ ਕਰਦਾ ਹੈ। ਹਾਂ, ਉਹਦੇ ਵਿੱਚ ਇੰਡੀਵਿਜੂਅਲ ਡਿਫਰੈਂਸਿਸ ਹੋ ਸਕਦੇ ਨੇ, ਉਸਦੇ ਵਿੱਚ ਵਿਅਕਤੀਗਤ ਭਿੰਨਤਾਵਾਂ ਹੋ ਸਕਦੀਆਂ ਨੇ, ਜਿਸ ਕਰਕੇ ਉਹਨਾਂ ਦੇ ਵਿਕਾਸ ਦੀ ਦਰ ਜਿਹੜੀ ਹੈ ਉਹ ਅਲੱਗ-ਅਲੱਗ ਹੋ ਸਕਦੀ ਹੈ। ਨੈਕਸਟ ਆਪਣੇ ਕੋਲ ਪ੍ਰਿੰਸੀਪਲ ਆ ਜਾਂਦਾ ਪ੍ਰਿੰਸੀਪਲ ਆਫ ਐਂਟੀਸਿਪੇਸ਼ਨ, ਜਿਸ ਨੂੰ ਆਪਾਂ ਕਹਿੰਦੇ ਹਾਂ ਪੂਰਵ ਅਨੁਮਾਨ ਦਾ ਸਿਧਾਂਤ। ਦੇਖੋ ਡਿਵੈਲਪਮੈਂਟ ਦੇ ਵਿੱਚ ਜੋ ਇੱਕ ਬੱਚਾ ਹੈ, ਇੱਕ ਬਾਲਕ ਹੈ, ਉਹ ਵੀ ਆਪਣੀ ਸਮਰੱਥਾ ਦਾ ਸਵੈ ਮੁਲਾਂਕਣ ਜਿਹੜਾ ਕਰਦਾ ਹੈ, ਜਿਸ ਦੇ ਵਿੱਚ ਉਹ ਧਿਆਨ ਰੱਖਦਾ ਹੈ ਕਿ ਉਹ ਕੀ ਹੈ ਤੇ ਉਹ ਅੱਗੇ ਆਪਣੇ ਫਿਊਚਰ ਦੇ ਵਿੱਚ ਕੀ ਬਣਨਾ ਚਾਹੁੰਦਾ ਹੈ, ਜਿਸ ਦੇ ਲਈ ਉਹ ਨਿਰੰਤਰ ਜਿਹੜਾ ਪਰਿਵਰਤਨ ਆਪਣੇ ਵਿੱਚ ਲੈ ਕੇ ਆਉਂਦਾ ਹੈ, ਇਸ ਚੀਜ਼ ਨੂੰ ਬੇਸ ਰੱਖ ਕੇ ਕਿ ਉਹ ਫਿਊਚਰ ਦੇ ਵਿੱਚ ਕੀ ਬਣਨਾ ਚਾਹੁੰਦਾ ਹੈ। ਸੋ ਇਸ ਤਰ੍ਹਾਂ ਉਹ ਵਿਕਾਸ ਦੀ ਆਪਣੀ ਭਵਿੱਖ ਦਿਸ਼ਾ ਦਾ ਨਿਰੰਤਰ ਪੂਰਵ ਅਨੁਮਾਨ ਜਿਹੜਾ ਲਗਾਉਂਦਾ ਰਹਿੰਦਾ। ਸੋ ਇੱਕ ਬੱਚਾ ਵੀ ਜਿਹੜਾ ਆਪਣਾ ਪੂਰਵ ਅਨੁਮਾਨ ਲਗਾ ਸਕਦਾ ਹੈ ਕਿ ਉਹ ਉਸਦਾ ਜਿਹੜਾ ਵਿਕਾਸ ਹੈ ਉਹ ਕਿਸ ਚੀਜ਼ ਨਾਲ ਹੋ ਰਿਹਾ, ਕਿੱਥੇ ਉਸਨੂੰ ਹੋਰ ਚੀਜ਼ ਨਵੀਂ ਸਿੱਖਣ ਦੀ ਜ਼ਰੂਰਤ ਹੈ। ਸੋ ਆਪਣਾ ਪੂਰਵ ਅਨੁਮਾਨ ਲਗਾ ਕੇ ਆਪਣੇ ਵਿੱਚ ਨਿਰੰਤਰ ਜਿਹੜੇ ਚੇਂਜਸ ਹੈ ਉਹ ਕਰਦਾ ਰਹਿੰਦਾ ਹੈ। ਸੋ ਆਪਣੇ ਪਾਸ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਐਂਡ ਪ੍ਰਿੰਸੀਪਲ ਆਫ ਇੰਟਰਲੇਟਡ। ਦੇਖੋ ਇੰਟੀਗ੍ਰੇਸ਼ਨ ਔਰ ਇੰਟਰਲੇਟਡ ਦਾ ਮਤਲਬ ਇਹ ਹੈ ਕਿ ਸਾਰੇ ਹੀ ਡਿਵੈਲਪਮੈਂਟ ਦੇ ਜਿੰਨੇ ਵੀ ਐਸਪੈਕਟ ਆਪਾਂ ਪੜ੍ਹੇ ਸੀਗੇ ਉਹ ਸਾਰੇ ਐਜ਼ ਅ ਹੋਲ ਜਿਹੜਾ ਡਿਵੈਲਪਮੈਂਟ ਹੁੰਦੀ ਹੈ, ਕੋਈ ਵੀ ਇੱਕ ਐਸਪੈਕਟ ਪਹਿਲਾਂ ਖਤਮ ਹੋਏਗਾ ਫਿਰ ਦੂਸਰਾ ਐਸਪੈਕਟ ਦੀ ਡਿਵੈਲਪਮੈਂਟ ਸ਼ੁਰੂ ਹੋਏਗੀ, ਇਸ ਤਰ੍ਹਾਂ ਨਹੀਂ ਹੁੰਦਾ। ਸਾਰੇ ਹੀ ਐਸਪੈਕਟ ਜੋ 6 ਐਸਪੈਕਟ ਆਪਾਂ ਪੜ੍ਹੇ ਸੀ, ਸਾਰਿਆਂ ਦੀ ਹੀ ਜੋ ਡਿਵੈਲਪਮੈਂਟ ਉਹ ਇਕੱਠੀ ਸ਼ੁਰੂ ਹੁੰਦੀ ਹੈ। ਸੋ ਇੱਕ ਏਕੀਕ੍ਰਿਤ ਦੇ ਤੌਰ ਤੇ ਇੰਟੀਗ੍ਰੇਸ਼ਨ ਦਾ ਮਤਲਬ ਹੁੰਦਾ ਏਕੀਕਰਨ ਦਾ ਸਿਧਾਂਤ। ਸੋ ਸਾਰੇ ਹੀ ਜਿਹੜੇ ਵੀ ਵਿਕਾਸ ਦੇ ਸਿਧਾਂਤ ਨੇ ਉਹ ਅੰਤਰ ਸੰਬੰਧਿਤ ਵੀ ਨੇ ਤੇ ਏਕੀਕ੍ਰਿਤ ਹੋ ਕੇ ਜਿਹੜਾ ਉਹਨਾਂ ਦਾ ਵਿਕਾਸ ਹੁੰਦਾ, ਇਕੱਠੇ ਵਿਕਾਸ ਹੁੰਦਾ, ਇੱਕ ਦੂਸਰੇ ਤੇ ਇਫੈਕਟ ਵੀ ਪਾਉਂਦੇ ਨੇ। ਸੋ ਜਿਹੜਾ ਉਹਨਾਂ ਦਾ ਵਿਕਾਸ ਆ ਉਹ ਐਜ਼ ਅ ਹੋਲ ਹੁੰਦਾ ਤੇ ਏਕੀਕ੍ਰਿਤ ਹੋ ਕੇ, ਯਾਨੀ ਕਿ ਇਕੱਠਾ ਹੁੰਦਾ। ਜਿਵੇਂ ਆਪਾਂ ਫਿਜ਼ੀਕਲ, ਇੰਟੈਲੈਕਚੁਅਲ ਜਾਂ ਇਮੋਸ਼ਨਲ ਜਾਂ ਸੋਸ਼ਲ ਜਾਂ ਅਦਰ ਟਾਈਪਸ ਆਫ ਡਿਵੈਲਪਮੈਂਟ ਦੀ ਗੱਲ ਕਰ ਲਈਏ ਤਾਂ ਸਾਰੇ ਅੰਤਰ ਸੰਬੰਧਿਤ ਨੇ, ਇੱਕ ਦੂਸਰੇ ਉੱਪਰ ਨਿਰਭਰ ਵੀ ਨੇ, ਇੱਕ ਦੂਸਰੇ ਉੱਪਰ ਪ੍ਰਭਾਵ ਵੀ ਪਾਉਂਦੇ ਨੇ ਤੇ ਇਕੱਠੇ ਜਿਹੜਾ ਉਹਨਾਂ ਦਾ ਵਿਕਾਸ ਹੁੰਦਾ ਹੈ। ਪੜਿਆ ਸੀਗਾ ਜੋ ਵਿਕਾਸ ਹੈ ਉਹ ਜਨਰਲ ਟੂ ਸਪੈਸੀਫਿਕ ਜਾਂਦਾ, ਉਸੇ ਟਾਈਮ ਤੇ ਸੇਮ ਟਾਈਮ ਤੇ ਕੁਝ ਚੀਜ਼ਾਂ ਤੋਂ ਸਪੈਸੀਫਿਕ ਟੂ ਜਨਰਲ ਵੀ ਜਾਂਦਾ ਹੈ, ਕਿਉਂਕਿ ਕੁਝ ਆਪਣੀ ਵਿਸ਼ਿਸ਼ਟ ਕਿਰਿਆਵਾਂ ਵਿੱਚ ਰੁੱਝਿਆ ਜਿਹੜਾ ਬਾਲਕ ਹੈ ਉਹ ਸਧਾਰਨ ਨਿਯਮ ਤੱਕ ਪਹੁੰਚਦਾ, ਯਾਨੀ ਕਿ ਸਪੈਸੀਫਿਕ ਅਗਰ ਕਿਸੇ ਐਕਟੀਵਿਟੀਜ਼ ਦੇ ਵਿੱਚ ਰੁੱਝਿਆ ਹੋਇਆ ਤਾਂ ਉਸ ਤੋਂ ਐਕਟੀਵਿਟੀਜ਼ ਨੂੰ ਕਰਦੇ ਕਰਦੇ ਉਹ ਜਨਰਲ ਰੂਲ ਤੱਕ ਵੀ ਪਹੁੰਚਦਾ ਹੈ ਤੇ ਫਿਰ ਉਹੀ ਜਨਰਲ ਰੂਲ ਉਹ ਆਪਣੀ ਸਪੈਸੀਫਿਕ ਐਕਟੀਵਿਟੀਜ਼ ਦੇ ਵਿੱਚ ਅਪਲਾਈ ਵੀ ਕਰਦਾ ਹੈ। ਸੋ ਦਿਸ ਇਜ਼ ਕਾਲਡ ਪ੍ਰਿੰਸੀਪਲ ਆਫ ਇੰਟੀਗ੍ਰੇਸ਼ਨ ਐਂਡ ਇੰਟਰਲੇਟਡ, ਕਿ ਸਾਰੇ ਹੀ ਐਸਪੈਕਟਸ ਜਿਹੜੇ ਵਿਕਾਸ ਦੇ ਇੱਕ ਦੂਸਰੇ ਤੇ ਨਿਰਭਰ ਹੁੰਦੇ ਹਨ, ਇੱਕ ਦੂਸਰੇ ਤੇ ਪ੍ਰਭਾਵ ਪਾਉਂਦੇ ਆ ਤੇ ਏਕੀਕ੍ਰਿਤ ਹੋ ਕੇ ਉਹਨਾਂ ਦਾ ਵਿਕਾਸ ਹੁੰਦਾ ਹੈ। ਨੈਕਸਟ ਆਪਣੇ ਪਾਸ ਪ੍ਰਿੰਸੀਪਲ ਆਫ ਇੰਟਰੈਕਸ਼ਨ ਆਫ ਹੈਰੀਡਿਟੀ ਐਂਡ ਇਨਵਾਇਰਨਮੈਂਟ, ਕਿ ਜੋ ਸਾਡੀ ਡਿਵੈਲਪਮੈਂਟ ਹੈ ਉਹ ਹੈਰੀਡਿਟੀ ਤੇ ਇਨਵਾਇਰਨਮੈਂਟ ਯਾਨੀ ਅਨੁਵੰਸ਼ਿਕਤਾ ਅਤੇ ਵਾਤਾਵਰਣ ਦੀ ਅੰਤਰ ਕਿਰਿਆ ਦਾ ਸਿਧਾਂਤ ਹੈ। ਸੋ ਡਿਵੈਲਪਮੈਂਟ ਜਿਹੜੀ ਹੈ ਉਹ ਦੋ ਕਾਰਨਾਂ ਕਰਕੇ ਹੁੰਦੀ ਹੈ, ਹੈਰੀਡਿਟੀ ਕਰਕੇ ਯਾਨੀ ਕਿ ਅਨੁਵੰਸ਼ਿਕਤਾ ਕਰਕੇ ਵੀ ਹੁੰਦੀ ਹੈ ਤੇ ਵਾਤਾਵਰਣ ਕਰਕੇ ਵੀ ਹੁੰਦੀ ਹੈ। ਤਾਂ ਇਹਨਾਂ ਦੋਹਾਂ ਦੇ ਵਿੱਚ ਕਿਸੇ ਦੇ ਵੀ ਪ੍ਰਭਾਵ ਨੂੰ ਜਿਹੜਾ ਨਕਾਰਿਆ ਨਹੀਂ ਜਾ ਸਕਦਾ। ਇੱਕ ਵਿਅਕਤੀ ਦੇ ਵਿੱਚ ਜੋ ਕੈਪੇਬਿਲਿਟੀ ਹੈ ਕਿਸੇ ਵੀ ਚੀਜ਼ ਨੂੰ ਕਰਨ ਦੀ, ਉਹਨਾਂ ਦੀ ਜਿਹੜੀ ਫਿਜ਼ੀਕਲ ਗਰੋਥ ਹੈ, ਉਹ ਸਾਰੇ ਗੁਣ ਉਸਨੂੰ ਆਪਣੀ ਹੈਰੀਡਿਟੀ ਤੋਂ, ਅਨੁਵੰਸ਼ ਆਪਣੇ ਪੇਰੈਂਟਸ ਤੋਂ, ਜੀਨਸ ਦੇ ਥਰੂ ਮਿਲਦੇ ਨੇ। ਬਾਕੀ ਕਿਸੇ ਵਿਅਕਤੀ ਦੇ ਵਿਕਾਸ ਦੇ ਵਿੱਚ ਉਸਦੇ ਜਿਹੜਾ ਵਾਤਾਵਰਣ ਹੈ ਉਹਦਾ ਵੀ ਬਹੁਤ ਜਿਹੜਾ ਉਸਦਾ ਇੰਪੈਕਟ ਪੈਂਦਾ ਹੈ। ਉਸਦਾ ਵਾਤਾਵਰਣ ਕਿਹੋ ਜਿਹਾ, ਉਸਨੂੰ ਕਿਸ ਤਰ੍ਹਾਂ ਦੇ ਮਾਹੌਲ ਮਿਲ ਰਿਹਾ, ਕਿਸ ਤਰ੍ਹਾਂ ਦੀ ਉਸਨੂੰ ਸਟੱਡੀ ਮਿਲ ਰਹੀ ਹੈ, ਉਹਨਾਂ ਦੇ ਆਲਾ ਦੁਆਲਾ ਕਿਸ ਤਰ੍ਹਾਂ ਦਾ, ਸਮਾਜ ਕਿਸ ਤਰ੍ਹਾਂ ਦਾ, ਉੱਥੋਂ ਦੇ ਲੋਕ ਕਿਸ ਤਰ੍ਹਾਂ ਦੇ, ਉਹਨਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ, ਉਹਨਾਂ ਦੀ ਗਵਰਨਮੈਂਟ ਦੇ ਰੂਲਸ ਕਿਸ ਤਰ੍ਹਾਂ ਦੇ ਨੇ, ਉੱਥੋਂ ਦੀ ਜੋ ਐਜੂਕੇਸ਼ਨ ਉਹਨਾਂ ਨੂੰ ਮਿਲ ਰਹੀ ਹੈ ਉਹ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੈ। ਸੋ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਇਸ 'ਤੇ ਇਫੈਕਟ ਪਾਉਂਦੀਆਂ ਨੇ। ਸੋ ਡਿਵੈਲਪਮੈਂਟ ਯਾਨੀ ਕਿ ਵਿਕਾਸ ਜਿਹੜਾ ਉਹ ਜਦ ਅਤੇ ਵਾਤਾਵਰਣ ਦੋਨਾਂ ਦੀ ਅੰਤਰਕਿਰਿਆ ਦਾ ਸਿਧਾਂਤ ਹੈ। ਬਹੁਤ ਸਾਰੇ ਸਾਈਕੋਲੋਜਿਸਟ ਆਏ ਜਿਸ ਨੇ ਹੈਰੀਡਿਟੀ ਤੇ ਜਿਹੜਾ ਫੋਕਸ ਕੀਤਾ, ਬਹੁਤ ਸਾਰੇ ਸਾਈਕੋਲੋਜਿਸਟ ਸੀ ਜਿਨ੍ਹਾਂ ਨੇ ਇਨਵਾਇਰਨਮੈਂਟ ਤੇ ਫੋਕਸ ਕੀਤਾ ਸੀ, ਲੇਕਿਨ ਇਹ ਜੋ ਡਿਵੈਲਪਮੈਂਟ ਹੈ ਉਹ ਹੈਰੀਡਿਟੀ ਔਰ ਇਨਵਾਇਰਨਮੈਂਟ ਦੋਹਾਂ ਦਾ ਹੀ ਇੰਟਰਲੇਸ਼ਨ ਦਾ ਪ੍ਰੋਡਕਟ ਹੈ। ਆਪਣੇ ਪਾਸ ਪ੍ਰਿੰਸੀਪਲ ਆਫ ਇੰਟਰੈਕਸ਼ਨ ਆਫ ਮੈਚੂਰੇਸ਼ਨ ਐਂਡ ਲਰਨਿੰਗ ਨੂੰ ਆਪਾਂ ਕਹਿੰਦੇ ਹਾਂ ਪਰਿਪੱਕਤਾ ਅਤੇ ਸਿੱਖਣ ਦੀ ਅੰਤਰਕਿਰਿਆ ਦਾ ਸਿਧਾਂਤ, ਜਿਸ ਦੇ ਵਿੱਚ ਆਪਾਂ ਗੱਲ ਕਰਦੇ ਕਿ ਗਰੋਥ ਔਰ ਡਿਵੈਲਪਮੈਂਟ ਜਿਹੜੇ ਹੁੰਦੇ ਆ ਦੋਨੋਂ ਹੀ ਐਜ਼ ਅ ਰਿਜ਼ਲਟ ਆਫ ਮੈਚੂਰੇਸ਼ਨ ਔਰ ਲਰਨਿੰਗ ਦੇ ਕਰਕੇ ਹੁੰਦੇ ਆ। ਮੈਚੂਰੇਸ਼ਨ ਔਰ ਲਰਨਿੰਗ ਨੂੰ ਡਿਟੇਲ ਦੇ ਵਿੱਚ ਆਪਾਂ ਆਪਣੀ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਆਪਾਂ ਬਣਾਈ ਸੀ ਉਸ ਦੇ ਵਿੱਚ ਆਪਾਂ ਐਕਸਪਲੇਨ ਕਰ ਚੁੱਕੇ ਹਾਂ, ਤੁਸੀਂ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਪਾਰਟ 2 ਦੇ ਵਿੱਚ ਆਪਾਂ ਇਸ ਚੀਜ਼ ਨੂੰ ਐਕਸਪਲੇਨ ਕੀਤਾ ਹੋਇਆ। ਸੋ ਮੈਚੂਰੇਸ਼ਨ ਜਿਹੜੀ ਹੈ ਉਸਨੂੰ ਆਪਾਂ ਕੀ ਕਹਿੰਦੇ ਹਾਂ, ਦੇਖੋ ਮੈਚੂਰੇਸ਼ਨ ਹੁੰਦੀ ਕਿਸੇ ਵੀ ਵਿਅਕਤੀ ਦੇ ਵਿੱਚ ਜਨਮ ਸਮੇਂ ਜਾਂ ਉਸ ਤੋਂ ਬਾਅਦ ਉਸਦੇ ਵਿੱਚ ਆਉਣ ਵਾਲੀਆਂ ਜਿਹੜੀ ਵੀ ਉਸਦੀ ਕੈਪੇਬਿਲਿਟੀਜ਼ ਨੇ, ਉਸਦੀਆਂ ਐਬਿਲਿਟੀਜ਼ ਨੇ ਕਿਸੇ ਕੰਮ ਨੂੰ ਕਰਨ ਦੀ, ਉਸਦੀਆਂ ਵਿਸ਼ੇਸ਼ਤਾਵਾਂ, ਉਸਦੀਆਂ ਸਮਰਥਾਵਾਂ, ਉਸਦੇ ਗੁਣ, ਉਸਦੀਆਂ ਯੋਗਤਾਵਾਂ, ਸੋ ਉਸ ਚੀਜ਼ ਨੂੰ ਆਪਾਂ ਮੈਚੂਰੇਸ਼ਨ ਕਹਿੰਦੇ ਹਾਂ। ਤੇ ਉਸ ਤੋਂ ਬਾਅਦ ਅਗਰ ਆਪਾਂ ਲਰਨਿੰਗ ਦੀ ਗੱਲ ਕਰ ਲਈਏ ਤਾਂ ਕਿ ਚੇਂਜ ਇਨ ਬਿਹੇਵੀਅਰ, ਜਦੋਂ ਸਿੱਖਣ ਦੇ ਨਾਲ ਤੁਹਾਡੇ ਬਿਹੇਵੀਅਰ ਦੇ ਵਿੱਚ ਚੇਂਜ ਆਉਂਦਾ ਹੈ, ਲੇਕਿਨ ਉਹ ਕਿਉਂ ਆਉਂਦਾ ਹੈ? ਡਿਊ ਟੂ ਟ੍ਰੇਨਿੰਗ ਔਰ ਐਕਸਪੀਰੀਅੰਸ। ਕਿਸੇ ਚੀਜ਼ ਨੂੰ ਟ੍ਰੇਨਿੰਗ ਕਰਕੇ, ਕਿਸੇ ਚੀਜ਼ ਦਾ ਐਕਸਪੀਰੀਅੰਸ ਕਰਕੇ ਐਫਰਟਸ ਜਿਹੜੀ ਆਪਣੇ ਵਿੱਚ ਬਿਹੇਵੀਅਰ ਦੇ ਵਿੱਚ ਚੇਂਜ ਆਉਂਦਾ ਔਰ ਉਹ ਪਰਮਾਨੈਂਟ ਚੇਂਜ ਹੋਵੇ, ਉਸਨੂੰ ਆਪਾਂ ਲਰਨਿੰਗ ਕਹਿੰਦੇ ਹਾਂ। ਸੋ ਡਿਵੈਲਪਮੈਂਟ ਇਜ਼ ਦ ਇੰਟਰੈਕਸ਼ਨ ਆਫ ਮੈਚੂਰੇਸ਼ਨ ਐਂਡ ਲਰਨਿੰਗ। ਸੋ ਡਿਵੈਲਪਮੈਂਟ ਜਿਹੜਾ ਵਿਕਾਸ ਹੈ ਉਹ ਪਰਿਪੱਕਤਾ ਤੇ ਸਿੱਖਣ ਦੋਨਾਂ ਦੀ ਹੀ ਅੰਤਰਕਿਰਿਆ ਦਾ ਸਿਧਾਂਤ ਹੈ, ਯਾਨੀ ਕਿ ਉਸ ਤੇ ਦੋਨਾਂ ਦਾ ਹੀ ਇਫੈਕਟ ਪੈਂਦਾ, ਮੈਚੂਰੇਸ਼ਨ ਦਾ ਵੀ ਤੇ ਲਰਨਿੰਗ ਦਾ ਵੀ।
ਵਿਕਾਸ ਜਿਹੜਾ ਉਹ ਮੈਚੂਰੇਸ਼ਨ ਨਾਲ ਪਰਿਪੱਕਤਾ ਨਾਲ ਵੀ ਹੁੰਦਾ ਕਿਉਂਕਿ ਜਦ ਤੱਕ ਮੈਚੂਰੇਸ਼ਨ ਨਹੀਂ ਹੋਏਗੀ ਤਦ ਤੱਕ ਡਿਵੈਲਪਮੈਂਟ ਸਟਾਰਟ ਨਹੀਂ ਹੋ ਸਕਦੀ। ਔਰ ਜਿਵੇਂ ਜਿਵੇਂ ਅਸੀਂ ਲਰਨਿੰਗ ਕਰਦੇ ਜਾਵਾਂਗੇ ਉਵੇਂ ਉਵੇਂ ਡਿਵੈਲਪਮੈਂਟ ਜਿਹੜੀ ਆ ਉਹ ਹੁੰਦੀ ਜਾਂਦੀ ਹੈ। ਨੈਕਸਟ ਹੈ ਆਪਣੇ ਪਾਸ ਪ੍ਰਿੰਸੀਪਲ ਆਫ ਸਪਾਇਰਲ ਲਰਨਿੰਗ। ਦੇਖੋ ਸਪਾਇਰਲ ਲਰਨਿੰਗ ਦਾ ਮਤਲਬ ਇਹ ਹੈ ਕਿ ਜੋ ਸਾਡੀ ਡਿਵੈਲਪਮੈਂਟ ਹੈ ਉਹ ਸਪਾਇਰਲ ਹੈਗੀ ਹੈ, ਉਹ ਲੀਨੀਅਰ ਨਹੀਂ ਹੈ, ਇੱਕ ਸਿੱਧੀ ਰੇਖਾਵੀਂ ਨਹੀਂ ਹੈ, ਸਪਾਇਰਲ ਹੈ। ਸਪਾਇਰਲ ਦਾ ਕੀ ਮਤਲਬ ਹੋਇਆ, ਦੇਖੋ ਜਦ ਵੀ ਆਪਾਂ ਕੋਈ ਚੀਜ਼ ਜਿਹੜੀ ਅਸੀਂ ਸਿੱਖ ਲੈਂਦੇ ਹਾਂ ਤਾਂ ਇਹ ਨਹੀਂ ਹੈ ਕਿ ਉਸ ਇੱਕ ਲੈਵਲ ਤੇ ਜਾ ਕੇ ਉਹ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਦੂਜੀ ਚੀਜ਼ ਸਿੱਖਣ ਲੱਗ ਜਾਂਦੇ ਹਾਂ। ਇੱਦਾਂ ਨਹੀਂ ਹੁੰਦਾ। ਜਦੋਂ ਆਪਾਂ ਕੋਈ ਇੱਕ ਚੀਜ਼ ਸਿੱਖ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਆਪਾਂ ਨਵੀਂ ਚੀਜ਼ ਤਾਂ ਸਿੱਖਦੇ ਹੀ ਹਾਂ, ਲੇਕਿਨ ਪਹਿਲੀ ਜਿਹੜੀ ਚੀਜ਼ ਹੈ ਉਸ ਦੇ ਵਿੱਚ ਮਾਸਟਰੀ ਹਾਸਲ ਕਰਦੇ ਜਾਂਦੇ ਹਾਂ ਤਾਂ ਉਹ ਜਿਹੜੀ ਚੀਜ਼ ਹੈ ਘੁੰਮਦੇ ਹੋਏ ਜਿਹੜੀ ਇੱਕ ਸਪਾਇਰਲ ਬਣਾਉਂਦੀ ਹੈ, ਇੱਕ ਲੀਨੀਅਰ ਰੇਖਾਵੀਂ ਨਹੀਂ ਹੈ। ਸੋ ਵਿਕਾਸ ਜਿਹੜਾ ਉਹ ਹਮੇਸ਼ਾ ਸਪਾਇਰਲ ਰਹੇਗਾ, ਲੀਨੀਅਰ ਨਹੀਂ ਹੋਏਗਾ। ਜੇ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਡਾਇਗਰਾਮ ਜੋ ਮੈंने ਬਣਾਈ ਹੈ ਇਸ ਤਰ੍ਹਾਂ ਹੁੰਦੀ ਹੈ ਸਾਡੀ ਡਿਵੈਲਪਮੈਂਟ। ਜੋ ਅਗਰ ਅਸੀਂ ਇੱਕ ਐਸਪੈਕਟ ਇਸ ਤਰ੍ਹਾਂ ਸਿੱਖ ਲੈਂਦੇ ਹਾਂ, ਇਹ ਵਾਲਾ ਐਸਪੈਕਟ ਅਸੀਂ ਜਿਹੜੀ ਚੀਜ਼ ਸਿੱਖ ਲਈ ਹੈ ਤਾਂ ਦੂਸਰੀ ਵਾਰ ਇਹ ਦੁਬਾਰਾ ਤੋਂ ਘੁੰਮ ਕੇ ਜਿਹੜੀ ਸਾਡੇ ਕੋਲ ਆਏਗੀ, ਅਸੀਂ ਨਵੀਆਂ ਚੀਜ਼ਾਂ ਤਾਂ ਸਿੱਖਾਂਗੇ ਤੇ ਨਾਲ ਪਹਿਲੀ ਵਾਲੀ ਚੀਜ਼ ਦੀ ਵੀ ਮਾਸਟਰੀ ਜਿਹੜੀ ਆਪਾਂ ਹਾਸਿਲ ਕਰਦੇ ਹਾਂ। ਸੋ ਸਾਡੀ ਡਿਵੈਲਪਮੈਂਟ ਜਿਹੜੀ ਹੈ ਉਹ ਸਪਾਇਰਲ ਫਾਰਮ ਦੇ ਵਿੱਚ ਇਸ ਤਰ੍ਹਾਂ ਚੱਲਦੀ ਹੈ, ਉਹ ਲੀਨੀਅਰ ਫਾਰਮ ਦੇ ਵਿੱਚ। ਨੈਕਸਟ ਆਪਣੇ ਕੋਲ ਆ ਜਾਂਦਾ ਪ੍ਰਿੰਸੀਪਲ ਆਫ ਕਮਿਊਲੇਟਿਵ ਐਂਡ ਰੀਕੈਪਚੁਲੇਟਰੀ ਡਿਵੈਲਪਮੈਂਟ, ਜਿਸ ਨੂੰ ਆਪਾਂ ਕਹਿ ਸਕਦੇ ਹਾਂ ਸੰਚਿਤ ਅਤੇ ਪੁਨਰਾਵਿਰਤੀ ਦਾ ਵਿਕਾਸ। ਸੋ ਇਸ ਦੇ ਵਿੱਚ ਹੈ ਕਿ ਡਿਵੈਲਪਮੈਂਟ ਜਿਹੜਾ ਕਮਿਊਲੇਟਿਵ ਵੀ ਹੁੰਦਾ ਤੇ ਰੀਕੈਪਚੁਲੇਟਰੀ ਵੀ ਹੁੰਦਾ, ਜਿਸ ਦਾ ਮਤਲਬ ਹੈ ਕਮਿਊਲੇਟਿਵ ਦਾ ਮਤਲਬ ਹੈ ਕਿਸੇ ਚੀਜ਼ ਦਾ ਐਡ ਅਪ ਹੁੰਦੇ ਜਾਣਾ, ਜੁੜਦੇ ਜਾਣਾ। ਸੋ ਡਿਵੈਲਪਮੈਂਟ ਦੇ ਵਿੱਚ ਇੱਕ ਐਕਸਪੀਰੀਅੰਸ ਜਿਹੜਾ ਉਹ ਕਦੀ ਵੀ ਵੇਸਟ ਨਹੀਂ ਹੁੰਦਾ। ਜਦੋਂ ਆਪਾਂ ਇੱਕ ਐਕਸਪੀਰੀਅੰਸ ਲੈ ਲੈਂਦੇ ਹਾਂ ਉਹ ਅੱਗੇ ਅੱਗੇ ਉਸਦੇ ਵਿੱਚ ਹੋਰ ਐਕਸਪੀਰੀਅੰਸ ਜਿਹੜੇ ਉਹ ਜੁੜਦੇ ਜਾਂਦੇ ਆ। ਔਰ ਆਪਾਂ ਜਦ ਵੀ ਕੋਈ ਚੀਜ਼ ਨਵੀਂ ਚੀਜ਼ ਸਿੱਖਦੇ ਹਾਂ ਉਹ ਐਕਚੁਅਲੀ ਕਿਤੇ ਨਾ ਕਿਤੇ ਸਾਡੇ ਪ੍ਰੀਵੀਅਸ ਐਕਸਪੀਰੀਅੰਸ ਦਾ ਹੀ ਰਿਜ਼ਲਟ ਹੁੰਦਾ ਹੈ। ਸੋ ਜੋ ਸਾਡਾ ਬਿਹੇਵੀਅਰ ਹੈ ਉਹ ਸਾਡੇ ਪ੍ਰੀਵੀਅਸ ਐਕਸਪੀਰੀਅੰਸ ਦਾ ਹੀ ਰਿਜ਼ਲਟ ਹੈ। ਸੋ ਸਾਡੇ ਜੋ ਵੀ ਐਕਸਪੀਰੀਅੰਸ ਹੈ ਉਹ ਆਪਸ ਦੇ ਵਿੱਚ ਕਮਿਊਲੇਟ ਹੁੰਦੇ ਜਾਂਦੇ ਆ, ਆਪਸ ਦੇ ਵਿੱਚ ਜੁੜਦੇ ਜਾਂਦੇ ਆ, ਜਾਂ ਆਪਾਂ ਜਿਹਨੂੰ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਸੰਚਿਤ ਹੁੰਦੇ ਜਾਂਦੇ ਨੇ। ਕੈਪਚੁਲੇਟਰੀ ਦੀ ਗੱਲ ਯਾਨੀ ਕਿ ਪੁਨਰਾਵਿਰਤੀ ਦੀ ਗੱਲ ਤਾਂ ਬਿਲਕੁਲ ਡਿਵੈਲਪਮੈਂਟ ਜਿਹੜੀ ਹੈ ਉਹ ਰੀਕੈਪਚੁਲੇਟਰੀ ਹੁੰਦੀ ਹੈ, ਪੁਨਰਾਵਿਰਤੀ ਦੀ ਹੁੰਦੀ ਹੈ। ਕਿਉਂਕਿ ਉਸ ਦੇ ਵਿੱਚ ਕੀ ਹੁੰਦਾ ਕਿ ਇੱਕ ਸਟੇਜ ਦੇ ਵਿੱਚ ਜੋ ਵੀ ਸਾਡੇ ਵਿੱਚ ਕਰੈਕਟਰਿਸਟਿਕਸ ਹੁੰਦੇ ਆ ਉਹ ਦੂਜੀ ਅਵਸਥਾਵਾਂ ਦੇ ਵਿੱਚ ਵੀ ਸਥਾਪਿਤ ਕੀਤੇ ਜਾ ਸਕਦੇ ਆ। ਜਿਵੇਂ ਤੁਸੀਂ ਦੇਖ ਸਕਦੇ ਹੋ ਇਨਫੈਂਸੀ ਦੀ ਸਟੇਜ ਹੁੰਦੀ ਹੈ, ਜਿਹੜੀ ਸ਼ਿਸ਼ੂ ਅਵਸਥਾ ਹੁੰਦੀ ਹੈ, ਉਹਦੇ ਵਿੱਚ ਜੋ ਸੈਲਫ ਲਵ ਵਾਲੀ ਜਿਹੜੀ ਸਟੇਜ ਹੁੰਦੀ ਹੈ, ਸੈਲਫ ਲਵ ਦਾ ਜੋ ਕਰੈਕਟਰਿਸਟਿਕਸ ਹੁੰਦਾ ਉਹ ਸਾਨੂੰ ਅਡੋਲਸੈਂਟ ਸਟੇਜ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ, ਸਾਨੂੰ ਕਿਸ਼ੋਰ ਅਵਸਥਾ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਸੋ ਜੋ ਵਿਕਾਸ ਹੈ ਉਹ ਕਮਿਊਲੇਟਿਵ ਹੀ ਹੈ, ਯਾਨੀ ਕਿ ਉਹ ਸੰਚਿਤ ਹੁੰਦਾ ਜਾਂਦਾ ਹੈ। ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਉਹ ਸਪਾਇਰਲ ਨੇਚਰ ਦਾ ਹੁੰਦਾ ਤਦ ਉਹ ਸੰਚਿਤ ਹੁੰਦਾ ਜਾਂਦਾ ਹੈ। ਪਲੱਸ ਉਹ ਰੀਕੈਪਚੁਲੇਟਰੀ ਨੇਚਰ ਦਾ ਵੀ ਹੁੰਦਾ, ਯਾਨੀ ਕਿ ਉਹ ਪੁਨਰਾਵਿਰਤੀ ਵਾਲਾ ਵੀ ਹੁੰਦਾ। ਸੋ ਨੈਕਸਟ ਸਾਡੇ ਕੋਲ ਆ ਜਾਂਦਾ ਪ੍ਰਿੰਸੀਪਲ ਆਫ ਸਟਰਗਲ, ਜਿਸ ਨੂੰ ਆਪਾਂ ਕਹਿੰਦੇ ਹਾਂ ਸੰਘਰਸ਼ ਦਾ ਸਿਧਾਂਤ। ਦੇ ਵਿੱਚ ਕੀ ਹੈ ਕਿ ਮੈਚਿਓਰਿਟੀ ਵੱਲ ਜਾਂਦਾ ਜਾਂਦਾ, ਪਰਿਵਕਤਾ ਵੱਲ ਵਿਕਸਿਤ ਹੁੰਦੇ ਹੋਏ ਜਿਹੜਾ ਵੀ ਬਾਲਕ ਹੈ ਉਸਦੇ ਮਨ ਵਿੱਚ ਬਹੁਤ ਸਾਰੇ ਕਨਫਲਿਕਟਿੰਗ ਇੰਪਲਸਿਸ ਜਿਹੜੇ ਹੁੰਦੇ ਨੇ, ਯਾਨੀ ਕਿ ਵਿਰੋਧੀ ਆਵੇਗ ਨੇ, ਮੰਗਾਂ ਨੇ, ਉਹ ਪੈਦਾ ਹੁੰਦੀਆਂ ਨੇ। ਸੋ ਮੈਚਿਓਰਿਟੀ ਵੱਲ ਜਾਂਦੇ ਜਾਂਦੇ ਜਿਹੜਾ ਇੱਕ ਬਾਲਕ ਹੈ ਕਾਫੀ ਵਿਰੁੱਧ ਦਾ ਸੰਘਰਸ਼ ਕਰਦਾ ਹੈ, ਕਿਉਂਕਿ ਜਿਸ ਨੂੰ ਆਪਾਂ ਐਡੋਲਸੈਂਟ ਸਟੇਜ ਦੇ ਵਿੱਚ, ਕਿਸ਼ੋਰ ਅਵਸਥਾ ਦੇ ਵਿੱਚ ਦੇਖਿਆ ਕਿ ਉਸਦਾ ਜਿਹੜਾ ਸੁਭਾਅ ਹੈ ਉਹ ਕਾਫੀ ਵਿਰੋਧੀ ਅਗਰੈਸਿਵ ਸੁਭਾਅ ਹੋ ਜਾਂਦਾ ਹੈ। ਕਿਉਂਕਿ ਜਦੋਂ ਉਹ ਜ਼ਿਆਦਾ ਮੈਚਿਓਰਿਟੀ ਦੀ ਵੱਲ, ਜਦੋਂ ਚੇਂਜ ਦੇ ਵਿੱਚ ਹੁੰਦਾ, ਟ੍ਰਾਂਜੀਸ਼ਨ ਸਟੇਜ ਦੇ ਵਿੱਚ ਹੁੰਦਾ ਤਾਂ ਉਹ ਸੰਘਰਸ਼ ਕਰਦਾ, ਉਸਦਾ ਸੁਭਾਅ ਕਾਫੀ ਵਿਰੁੱਧ ਅਗਰੈਸਿਵ ਜਿਹੜਾ ਉਹ ਹੋ ਜਾਂਦਾ ਹੈ। ਨੈਕਸਟ ਆਪਣੇ ਪਾਸ ਹੈ ਪ੍ਰਿੰਸੀਪਲ ਆਫ ਡਿਫਰੈਂਸ਼ੀਅਲ ਡਿਵੈਲਪਮੈਂਟ। ਡਿਫਰੈਂਸ਼ੀਅਲ ਡਿਵੈਲਪਮੈਂਟ ਦਾ ਮਤਲਬ ਹੈ ਭੇਦਾਤਮਕ ਵਿਕਾਸ ਦਾ ਸਿਧਾਂਤ। ਵਿੱਚ ਇਹ ਗੱਲ ਕੀਤੀ ਗਈ ਹੈ ਕਿ ਦੋਨੋਂ ਹੀ, ਜਿਵੇਂ ਮੁੰਡੇ ਔਰ ਕੁੜੀ ਦੀ ਗੱਲ ਕਰ ਲਈਏ, ਮੇਲ ਔਰ ਫੀਮੇਲ ਦੇ ਵਿੱਚ ਡਿਵੈਲਪਮੈਂਟ ਹੈ ਉਹ ਡਿਫਰੈਂਟ ਹੁੰਦੇ ਨੇ, ਉਹਨਾਂ ਦੇ ਵਿੱਚ ਡਿਫਰੈਂਸ਼ੀਅਲ ਡਿਵੈਲਪਮੈਂਟ ਹੁੰਦੀ ਹੈ ਉਹਨਾਂ ਦੋਨਾਂ ਦੇ ਵਿੱਚ। ਅਕੋਰਡਿੰਗ ਆਪਾਂ ਗੱਲ ਕਰ ਲਈ ਤਾਂ ਗਰਲਸ ਜਿਹੜੇ ਥੋੜੀ ਜਲਦੀ ਮੈਚਿਓਰ ਹੋ ਜਾਂਦੇ ਨੇ ਇਨ ਕੰਪੈਰੀਜ਼ਨ ਟੂ ਬॉयਜ਼। ਸੋ ਉਹਨਾਂ ਦੇ ਵਿੱਚ ਜਿਹੜਾ ਵਿਕਾਸ ਹੈ ਉਹ ਭੇਦਾਤਮਕ ਵਿਕਾਸ ਹੁੰਦਾ ਹੈ। ਸੋ ਟੋਟਲ ਆਪਾਂ ਡਿਵੈਲਪਮੈਂਟ ਦੇ 16 ਪ੍ਰਿੰਸੀਪਲ ਕਰ ਚੁੱਕੇ ਹਾਂ ਜੀ। ਓਵਰਆਲ ਸਾਰੇ ਹੀ ਪ੍ਰਿੰਸੀਪਲ ਇਹਦੇ ਵਿੱਚ ਆਪਾਂ ਕਵਰ ਕਰ ਲਏ ਆ। ਦੇਖਨੇ ਕਿ ਪ੍ਰਿੰਸੀਪਲ ਆਫ ਡਿਵੈਲਪਮੈਂਟ ਦੀ ਜਿਹੜੀ ਐਜੂਕੇਸ਼ਨ ਦੇ ਵਿੱਚ ਕੀ ਇੰਪੋਰਟੈਂਸ ਹੈ। ਸੋ ਇਹ ਹੈਗਾ ਕਿ ਦੇਖੋ ਐਜੂਕੇਸ਼ਨ ਦਾ ਏਮ ਹੈਗਾ ਸੈਲਫ ਰਿਲਾਈਜੇਸ਼ਨ ਦੇਣਾ ਬੱਚੇ ਨੂੰ। ਸੋ ਟੀਚਰ ਦਾ ਕੰਮ ਹੈ ਕਿ ਉਹ ਦੇਖੇ ਕਿ ਉਹਨਾਂ ਦੇ ਜਿਹੜੇ ਬੱਚੇ ਹੈਗੇ ਕਿ ਉਹ ਸੈਲਫ ਰਿਲਾਈਜੇਸ਼ਨ ਅਚੀਵ ਕਰ ਪਾ ਰਹੇ ਜਾਂ ਨਹੀਂ ਕਰ ਪਾ ਰਹੇ। ਫਿਰ ਇੱਕ ਬੱਚੇ ਦੀ, ਜਿਵੇਂ ਆਪਾਂ ਪੜ੍ਹਿਆ ਕਿ ਪੇਸ ਆਫ ਡਿਵੈਲਪਮੈਂਟ ਜਿਹੜੀ ਅਲੱਗ ਹੁੰਦੀ ਹੈ, ਉਸਦੀ ਰੇਟ, ਉਹਦੀ ਸਪੀਡ ਜਿਹੜੀ ਅਲੱਗ ਹੁੰਦੀ ਹੈ। ਸੋ ਐਜੂਕੇਸ਼ਨ ਦਾ ਏਮ ਹੈ ਕਿ ਬੱਚੇ ਦੀ ਪੇਸ ਆਫ ਡਿਵੈਲਪਮੈਂਟ, ਉਸਦੀ ਰੇਟ ਆਫ ਡਿਵੈਲਪਮੈਂਟ ਨੂੰ ਰਿਸਪੈਕਟ ਕਰੇ, ਉਹ ਜਿਸ ਵੀ ਸਪੀਡ ਨਾਲ ਅੱਗੇ ਵੱਧ ਰਿਹਾ ਉਸਦੀ ਰਿਸਪੈਕਟ ਕਰੇ, ਔਰ ਉਸਨੂੰ ਇਸ ਤਰ੍ਹਾਂ ਦਾ ਮਾਹੌਲ ਦਿੱਤਾ ਜਾਵੇ ਕਿ ਚਿਲਡਰਨ ਜਿਹੜੇ ਹੈ ਉਹ ਜਿਸ ਵੀ ਚੀਜ਼ ਦਾ ਉਹਨਾਂ ਵਿੱਚ ਇੰਟਰਸਟ ਹੈ ਉਹ ਚੀਜ਼ ਜਿਹੜੀ ਉਹ ਕਰਨ ਤੇ ਉਸਦੇ ਵਿੱਚੋਂ ਅੱਗੇ ਡਿਵੈਲਪ ਹੋ ਸਕਣ। ਐਜੂਕੇਸ਼ਨ ਇਵੈਲੂਏਟ ਕਰਦੀ ਹੈ ਕਿ ਇੱਕ ਬੱਚਾ ਜਿਹੜਾ ਕਿਸ ਰੇਟ ਨਾਲ ਡਿਵੈਲਪ ਹੋ ਰਿਹਾ ਹੈ, ਐਂਡ ਇਹ ਵੀ ਡਿਸਾਈਡ ਕਰਦੀ ਹੈ ਕਿ ਕਿਸ ਤਰ੍ਹਾਂ ਉਸਨੂੰ ਹੈਲਪ ਕੀਤੀ ਜਾ ਸਕਦੀ ਹੈ ਇਸ ਚੀਜ਼ ਦੇ ਵਿੱਚ। ਬੱਚਾ ਕੀ ਚਾਹੁੰਦਾ, ਉਹ ਕਿਸ ਚੀਜ਼ ਦੇ ਵਿੱਚ ਉਸਦਾ ਇੰਟਰਸਟ ਹੈਗਾ, ਉਸ ਚੀਜ਼ ਦੇ ਵਿੱਚ ਉਹਨੂੰ ਕਿਸ ਤਰ੍ਹਾਂ ਹੈਲਪ ਕੀਤੀ ਜਾ ਸਕਦੀ ਹੈ, ਉਸ ਦੇ ਵਿੱਚ ਉਸਨੂੰ ਕਿੰਨੀ ਜਲਦੀ ਡਿਵੈਲਪ ਕੀਤਾ ਜਾ ਸਕਦਾ ਹੈ, ਉਸਨੂੰ ਡਾਇਗਨੋਸ ਕਰਕੇ ਉਸਦੀ ਰੈਮੇਡੀਜ਼ ਜਿਹੜੀ ਉਸਨੂੰ ਦਿੱਤੀਆਂ ਜਾ ਸਕਦੀਆਂ ਨੇ। ਫਿਜ਼ੀਕਲ ਔਰ ਸਾਈਕੋਲੋਜੀਕਲ ਇਨਵਾਇਰਨਮੈਂਟ ਵੀ ਪ੍ਰੋਵਾਈਡ ਕਰਦੀ ਹੈ ਤਾਂ ਕਿ ਬੱਚੇ ਦਾ ਜਿਹੜਾ ਵਿਕਾਸ ਹੈ ਉਹ ਵਧੀਆ ਹੋ ਸਕੇ। ਸੋ ਐਜੂਕੇਸ਼ਨ ਹਰ ਇੱਕ ਤਰੀਕੇ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਹੈ ਵੀ ਜੋ ਵੀ ਰੇਟ ਔਰ ਪੇਸ ਹੈ ਜਿਹਦਾ ਉਸ ਚੀਜ਼ ਨੂੰ ਰਿਸਪੈਕਟ ਕਰੇ ਤੇ ਉਸ ਚੀਜ਼ ਨੂੰ ਇਸ ਤਰ੍ਹਾਂ ਦਾ ਮਾਹੌਲ ਦੇਵੇ ਕਿ ਉਸਦਾ ਜੋ ਵੀ ਇੰਟਰਸਟ ਹੈ, ਜਿਸ ਵੀ ਚੀਜ਼ ਦੇ ਵਿੱਚ ਉਹ ਅੱਗੇ ਜਾਣਾ ਚਾਹੁੰਦਾ ਉਸ ਚੀਜ਼ ਨੂੰ ਡਿਵੈਲਪ ਕਰੇ। ਸੋ ਇਹ ਸੀਗੀ ਜੀ ਪ੍ਰਿੰਸੀਪਲ ਆਫ ਡਿਵੈਲਪਮੈਂਟ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਏ ਹੋਣਗੇ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ। ਨੈਕਸਟ ਵੀਡੀਓ ਵਿੱਚ ਆਪਾਂ ਹੈਰੀਟੇਜ ਐਨਵਾਇਰਨਮੈਂਟ ਦੇ ਟੌਪਿਕ ਤੇ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਆਪਾਂ ਐਮਸੀਕਿਊਜ਼ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਸ ਦੇ ਆਲਰੇਡੀ 2 ਲੈਕਚਰ ਲੱਗ ਚੁੱਕੇ ਹਨ। ਸੋ ਅਗਰ ਤੁਸੀਂ ਐਮਸੀਕਿਊਜ਼ ਦੀ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਦਾ ਲਿੰਕ ਵੀ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਪਲੀਜ਼ ਵੀਡੀਓ ਨੂੰ ਦੇਖੋ, ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਤੇ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਸਿਰ ਆਉਂਦੀ ਰਹੇ। ਪਰ ਕਈ ਵਾਰ ਅਗਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਉਸਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।